ਮੈਂਬਰ ਪਾਰਲੀਮੈਂਟ ਦੇ ਪੁੱਤਰ ਬਿਕਰਮਜੀਤ ਸਿੰਘ ਚੌਧਰੀ ਜਿਹੜੇ ਕਈ ਵਾਰ ਹਾਰ ਵੀ ਚੁੱਕੇ ਆ, ਪਰ ਚਰਚਾ ਇਹ ਸੀ ਵੀ ਇਸ ਵਾਰ ਟਿਕਟ ਨਹੀਂ ਮਿਲਣੀ, ਪਰ ਉਹ ਆਪਣੇ ਬਲਬੂਤੇ ਟਿਕਟ ਲਿਆ ਆ। ਕਿੱਡਾ ਕੁ ਚੈਲੰਜ ਆ ਤੁਹਾਡੇ ਲਈ? ਹਲਕੇ ਦੇ ਵਿੱਚ ਵੀ ਜਿਹੜਾ ਹੈ ਉਹ ਮਾਫੀਆ ਰਾਜ ਜਾਂ ਜਿਹੜਾ ਲੋਟਰੀਆਂ ਦਾ ਧੰਦਾ ਜਾਂ ਜਿਹੜਾ ਜੂਏ ਦਾ ਧੰਦਾ 2-2 ਰੁਪਏ ਕਮਿਸ਼ਨ ਵਾਲੀਆਂ ਗੱਲਾਂ, ਲਾਅ ਐਂਡ ਆਰਡਰ ਦੀ ਪ੍ਰੋਬਲਮ, ਉਹਦਾ ਜਵਾਬ ਮੰਗਣਗੇ ਲੋਕ। ਚਾਹੇ ਬਿਕਰਮਜੀਤ ਚੌਧਰੀ ਦੀ ਗੱਲ ਕਰ ਲਓ, ਸਰਬਣ ਫਲੋਰ ਦੀ ਗੱਲ ਕਰ ਲਓ, ਚਾਹੇ ਜਿਹੜੇ ਬਸਪਾ ਤੋਂ ਬਾਗੀ ਹੋ ਕੇ ਜਿਹੜੇ ਅਮਰਰਾ ਭੋਸਲੇ ਸੀ ਹੋਰ ਉਹਨਾਂ ਦੀ ਲੀਡਰਸ਼ਿਪ ਭੱਜੇ ਸੀ, ਉਹ ਸਾਰੇ ਹੀ ਬਲਦੇਵ ਖਹਿਰਾ ਨੂੰ ਦੱਬਣ ਨੂੰ ਫਿਰਦੇ ਆ। ਕਿੰਨਾ ਰਿਸਪੌਂਸ ਆ? ਬਲਦੇਵ ਖਹਿਰਾ ਦੱਬ ਹੋ ਜਾਊਗਾ ਜਾਂ ਸਾਰਿਆਂ ਨੂੰ ਦੱਬ ਕੇ ਫਿਰ ਕੁਰਸੀ ਤੇ ਬੈਠ ਜਾਏਗਾ? ਕੁਰਸੀਆਂ ਕਿਸੇ ਦੇ ਪਿਓ ਦੀਆਂ ਸਕੀਆਂ ਨਹੀਂ, ਸਿਆਸਤ ਤੋਂ ਵੱਡੀ ਸੇਵਾ ਕੋਈ ਨਹੀਂ, ਪਰ ਇਹਨੂੰ ਇਮਾਨਦਾਰੀ ਦਿਆਨਤਦਾਰੀ ਦੇ ਨਾਲ ਕਰਨਾ ਚਾਹੀਦਾ। ਜਦੋਂ ਸਾਨੂੰ ਸਾਰੇ ਕਹਿੰਦੇ ਸੀ ਚੌਥੇ ਨੰਬਰ ਤੇ ਆਉਣਾ ਹੈ, ਉਦੋਂ ਸੰਗਤਾਂ ਨੇ ਜਿਤਾਤਾ, ਤੇ ਹੁਣ ਵੀ ਅਸੀਂ 5 ਸਾਲ 7 ਸਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਹੁਣਾਂ ਨੂੰ ਬਣਿਆ ਨੂੰ ਹੋ ਗਿਆ। ਗੰਨਾ ਪਿੰਡ ਗੋਦ ਲਿਆ, ਉਹਦਾ ਬੁਰਾ ਹਾਲ। 2 ਹੀ ਸ਼ਹਿਰ ਸਾਡੇ ਵੰਡ ਹੋ ਗਏ, ਇਹਨਾਂ ਨੇ ਪਾਰਲੀਮੈਂਟ ਵਿੱਚ ਆਵਾਜ਼ ਤੱਕ ਨਹੀਂ ਚੁੱਕੀ। ਵੀਡੀਓ ਵਾਇਰਲ ਹੋਈਆਂ, ਉਹ ਇਹਨਾਂ ਦਾ ਕਾਂਗਰਸੀ ਪਰਿਵਾਰ ਜਿਹੜੇ ਨੇ ਇਹਨਾਂ ਦਾ ਨਾਂ ਸਿੱਧਾ ਲੈਂਦੇ ਨੇ, ਉਹ ਵਿੱਚੇ ਬਿਕਰਮਜੀਤ ਸਿੰਘ ਚੌਧਰੀ ਦਾ ਲੈਂਦੇ ਨੇ ਨਾਮ, ਵਿੱਚ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਲੈਂਦੇ ਨੇ। ਲੋਕਾਂ ਦੇ ਨੀਲੇ ਕਾਰਡ ਕਹਿੰਦੇ ਜੀ ਸਟicker ਚੌਧਰੀ ਸੰਤੋਖ ਸਿੰਘ ਦੀ ਕੋਠੀ 'ਚੋਂ ਮਿਲਣਾ। ਦੱਸੋ, ਸੈਂਟਰ ਦੀ ਸਕੀਮ ਹੈ, ਇਹਦੇ ਵਿੱਚ ਇਹਨਾਂ ਦੇ ਕੋਲੋਂ ਸਟicker ਮਿਲਣ ਦਾ ਕੀ ਕਾਰਨ? ਸਰਬਣ ਫਲੋਰ ਤੇ ਦਮਨਵੀਰ ਦਾ ਰਾਜਨੀਤੀ ਕੀ ਭਵਿੱਖ ਦੇ ਦਿਓ? ਉਹਨਾਂ ਦੇ ਨਾਲ ਸਮਝੌਤਾ ਕਰ ਲਿਆ, ਉਹਨਾਂ ਵੱਲੋਂ ਕੈਂਡੀਡੇਟ ਬਣ ਕੇ ਆ ਗਏ, ਜਿਨ੍ਹਾਂ ਦੇ ਕਰਕੇ 800 ਤੋਂ ਵੱਧ ਜਿਹੜਾ ਬਲੀਦਾਨ ਦਿੱਤਾ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੇ। ਇਸ ਵੇਲੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ। ਹਰ ਇੱਕ ਸਿਆਸੀ ਪਾਰਟੀਆਂ ਦੇ ਲੀਡਰ ਆਪਣੀਆਂ ਗੱਡੀਆਂ ਨੂੰ ਸੜਕਾਂ 'ਤੇ ਭਜਾ ਰਹੇ ਆ, ਪਿੰਡੋ ਪਿੰਡੀ ਲੋਕਾਂ ਨਾਲ ਮੀਟਿੰਗਾਂ ਕਰਕੇ ਆਪਣੇ ਵੱਲੋਂ ਕੀਤੇ ਵਿਕਾਸ ਕਾਰਜ ਦੱਸ ਰਹੇ ਆ, ਪਾਰਟੀ ਦੀਆਂ ਗਤੀਵਿਧੀਆਂ ਬਾਰੇ ਦੱਸ ਰਹੇ ਆ। ਅੱਜ ਅਸੀਂ ਪਹੁੰਚ ਚੁੱਕੇ ਹਾਂ ਹਲਕਾ ਫਲੋਰ ਦੇ ਵਿੱਚ, ਤੇ ਇੱਥੋਂ ਦੇ ਵਿਧਾਇਕ ਸਰਦਾਰ ਬਲਦੇਵ ਸਿੰਘ ਖਹਿਰਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕਿੱਦਾਂ ਦਾ ਚੱਲ ਰਿਹਾ ਚੋਣ ਪ੍ਰਚਾਰ? ਮੈਂ ਦੇਖ ਰਿਹਾ ਸਵੇਰੇ ਤੁਸੀਂ 8 ਵਜੇ ਨਿਕਲਦੇ ਹੋ, ਪਿੰਡੋ ਪਿੰਡੀ ਲੋਕਾਂ ਨੂੰ ਮਿਲ ਰਹੇ ਹੋ, ਕਿੱਦਾਂ ਦਾ ਹੁੰਗਾਰਾ ਮਿਲ ਰਿਹਾ? ਜਿੱਥੇ ਪੂਰੇ ਪੰਜਾਬ ਦੇ ਲੋਕ ਇਹ ਝੂਠੀਆਂ ਸੌਹਾਂ ਖਾਣ ਵਾਲੀ ਕਾਂਗਰਸ ਸਰਕਾਰ ਤੋਂ ਦੁਖੀ ਹੈ, ਉੱਥੇ ਵਿਧਾਨ ਸਭਾ ਹਲਕਾ ਫਲੋਰ ਦੇ ਲੋਕ ਵੀ ਪੱਬਾਂ ਭਾਰ ਨੇ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਲਾਮਬੰਦੀ ਕਰਕੇ ਜਿਹੜਾ ਲੋਕ ਇਹ ਝੂਠੀਆਂ ਸੌਹਾਂ ਖਾਣ ਵਾਲੀ ਸਰਕਾਰ ਨੂੰ ਜਿਹੜਾ ਗੱਦੀਆਂ ਲਾਂਭੇ ਕਰਨਗੇ। ਤੁਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਸੀ, ਉਸ ਵੇਲੇ ਵੀ ਬਹੁਤ ਵੱਡਾ ਮੁਕਾਬਲਾ ਮੰਨਿਆ ਜਾਂਦਾ ਸੀ। ਵਿਰੋਧੀ ਕਹਿੰਦੇ ਸਨ ਕਿ ਅਕਾਲੀ ਦਲ ਚੌਥੇ ਨੰਬਰ ਤੇ ਆਊਗਾ, ਪਰ ਤੁਸੀਂ ਪਹਿਲੇ ਨੰਬਰ ਤੇ ਆਏ ਸੀ। ਹੁਣ ਤਾਂ ਤੁਹਾਡੇ ਨਾਲ ਬਸਪਾ ਪਾਰਟੀ ਵੀ ਜੁੜ ਚੁੱਕੀ ਆ, ਕਿਉਂਕਿ ਇਸ ਵੇਲੇ ਦੁਆਬੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਵੋਟ ਬੈਂਕ ਆ ਹਲਕਾ ਫਲੋਰ ਦੇ ਵਿੱਚ ਹੈਗਾ। ਕਿੰਨੀ ਕੁ ਬਸਪਾ ਪਾਰਟੀ ਤੋਰਨ 'ਚ ਕਾਮਯਾਬ ਹੋ ਗਏ ਹੋ, ਤੇ ਸ਼੍ਰੋਮਣੀ ਅਕਾਲੀ ਦਲ ਦਾ ਕਿੰਨਾ ਉਤਸ਼ਾਹ ਆ? ਦੇਖੋ, ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਗੱਠਜੋੜ ਹੋਇਆ, ਇਹ ਬੜਾ ਇਤਿਹਾਸਿਕ ਗੱਠਜੋੜ ਹੈ। ਇਸ ਗੱਠਜੋੜ ਦੇ ਵਿੱਚ ਕਿਰਤੀ ਕਾਮੇ, ਕਿਸਾਨ, ਖੇਤ ਮਜ਼ਦੂਰ, ਲੇਬਰ ਕਰਨ ਵਾਲਾ, ਵਪਾਰੀ, ਹਰ ਵਰਗ ਦੇ ਲੋਕ ਇਹਦੇ ਵਿੱਚ ਸ਼ਾਮਲ ਨੇ। ਔਰ ਮੈਂ ਸਮਝਦਾ ਵੀ ਜਿੱਦਣ ਦਾ ਇਹ ਗੱਠਜੋੜ ਹੋਇਆ, ਉਦੋਂ ਦੀ ਕਾਂਗਰਸ ਬੜੀ ਬੁਖਲਾਹਟ ਦੇ ਵਿੱਚ ਹੈ, ਔਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬਦਲਣਾ ਔਰ ਚਰਨਜੀਤ ਸਿੰਘ ਚੰਨੀ ਨੂੰ ਲਿਆਉਣਾ, ਇਹ ਉਸ ਬੁਖਲਾਹਟ ਦਾ ਨਤੀਜਾ ਹੈ। ਔਰ ਜਿਹੜਾ ਪਿਛਲੀ ਵਾਰ ਇਲੈਕਸ਼ਨ ਸੀ, ਉਹਦੇ ਵਿੱਚ ਵੀ ਹਲਕਾ ਫਲੋਰ ਦੇ ਜਿਹੜੇ ਵੋਟਰ ਸਪੋਰਟਰ ਪਰਿਵਾਰਾਂ ਨੇ ਬਹੁਤ ਸਾਥ ਦਿੱਤਾ, ਔਰ ਇਸ ਵਾਰ ਜਿਹੜਾ ਗੱਠਜੋੜ ਹੋਣ ਤੋਂ ਬਾਅਦ ਹੋਰ ਵੀ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ। ਔਰ ਮੈਂ ਸਮਝਦਾ ਬਈ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਜਿੱਦਾਂ ਪਰਿਵਾਰਾਂ ਸਮੇਤ ਪਹਿਲਾਂ ਸਾਨੂੰ ਮਾਣ ਸਤਿਕਾਰ ਸਾਰਿਆਂ ਨੇ ਦਿੱਤਾ, ਸਹਿਯੋਗ ਕੀਤਾ, ਹੁਣ ਵੀ ਆਉਣ ਵਾਲੇ ਟਾਈਮ ਦੇ ਜਿਹੜਾ ਹੈਗਾ ਵੱਧ ਚੜ ਕੇ ਜਿਹੜਾ ਸੰਗਤਾਂ ਸਹਿਯੋਗ ਕਰਨਗੀਆਂ। ਹਲਕਾ ਜਿਹੜੀ ਫਲੋਰ ਦੀ ਕਾਂਗਰਸ ਆ, ਉਹ ਕਾਫੀ ਦੁਚਿੱਤੀ ਫਸੀ ਹੋਈ ਸੀ। ਚਾਹੇ ਆਪਾਂ ਕੌਂਸਲਰਾਂ ਦੀ ਸ਼ਹਿਰ ਦੇ ਵਿੱਚ ਗੱਲ ਕਰ ਲਈਏ, ਚਾਹੇ ਪਿੰਡਾਂ ਦੀ ਗੱਲ ਕਰ ਲਈਏ, ਬਹੁਤ ਵੱਡੀ ਚਰਚਾ ਇਹ ਚੱਲ ਰਹੀ ਸੀ ਕਿ ਸਰਬਣ ਸਿੰਘ ਫਲੋਰ ਨੂੰ ਕਾਂਗਰਸ ਤੋਂ ਟਿਕਟ ਮਿਲ ਜਾਣੀ। ਉਹ ਟਿਕਟ ਨਹੀਂ ਮਿਲੀ, ਪਰ ਮੈਂਬਰ ਪਾਰਲੀਮੈਂਟ ਦੇ ਪੁੱਤਰ ਬਿਕਰਮਜੀਤ ਸਿੰਘ ਚੌਧਰੀ ਜਿਹੜੇ ਕਈ ਵਾਰ ਹਾਰ ਵੀ ਚੁੱਕੇ ਆ, ਪਰ ਚਰਚਾ ਇਹ ਸੀ ਵੀ ਇਸ ਵਾਰ ਟਿਕਟ ਨਹੀਂ ਮਿਲਣੀ, ਪਰ ਉਹ ਆਪਣੇ ਬਲਬੂਤੇ ਟਿਕਟ ਲਿਆ ਆ। ਕਿੱਡਾ ਕੁ ਚੈਲੰਜ ਆ ਤੁਹਾਡੇ ਲਈ? ਦੇਖੋ, ਇਹ ਉਹਨਾਂ ਦਾ ਪਾਰਟੀ ਦਾ ਇੰਟਰਨਲ ਮੈਟਰ ਹੈ, ਪਰ ਮੈਂ ਸਮਝਦਾ ਬਈ ਜੇਕਰ ਕਿਸੇ ਪਾਰਟੀ ਦੇ ਵਿੱਚ ਕੋਈ ਵੀ ਬੰਦਾ ਜਾਂ ਕੋਈ ਵੀ ਪਰਿਵਾਰ ਜੁੜਿਆ ਹੈ, ਜੇ ਉਹਨੂੰ ਟਿਕਟ ਲੈਣ ਦੇ ਲਈ ਆਪਣੀ ਹੀ ਉਹਨਾਂ ਨੂੰ ਪਾਰਟੀ ਦੇ ਵਿੱਚ ਆਪਣੀ ਟਿਕਟ ਲਈ ਏਡਾ ਸੰਘਰਸ਼ ਕਰਨਾ ਪਵੇ, ਤਾਂ ਤੁਸੀਂ ਇੱਥੋਂ ਸਮਝੋ ਵੀ ਉਹਨਾਂ ਦੀ ਇਮੇਜ ਜਾਂ ਉਹਨਾਂ ਦੀ ਜਿਹੜੀ ਵੈਲਿਊ ਹੈ ਉਸ ਪਾਰਟੀ ਦੇ ਵਿੱਚ ਕਿੰਨੀ ਕੁ ਹੈ। ਇਹਦੇ ਲਈ ਮੈਂ ਇਹ ਮੰਨ ਕੇ ਚੱਲਦਾ ਬਈ ਉਹਨਾਂ ਦਾ ਆਪਸੀ ਜਿਹੜਾ ਕਾਟੋ ਕਲੇਸ਼ ਜਾਂ ਜੋ ਵੀ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਜੋ ਦੂਸ਼ਣਬਾਜ਼ੀ ਜਾਂ ਜੋ ਵੀ ਚੱਲਦੀ ਸੀ, ਉਹ ਸਾਰਾ ਕੁਝ ਜਿਹੜਾ ਜੱਗ ਜ਼ਾਹਰ ਹੈ।
ਔਰ ਲੋਕ ਜਿਹੜੇ ਨੇ ਜਿੱਥੇ ਪੰਜਾਬ ਦੇ ਵਿੱਚ ਸਟੇਬਲ ਸਰਕਾਰ ਦੇਖਣਾ ਚਾਹੁੰਦੇ ਆ, ਉੱਥੇ ਹਲਕੇ ਦੇ ਵਿੱਚ ਵੀ ਜਿਹੜਾ ਹੈ ਉਹ ਮਾਫੀਆ ਰਾਜ ਜਾਂ ਜਿਹੜਾ ਲੋਟਰੀਆਂ ਦਾ ਧੰਦਾ ਜਾਂ ਜਿਹੜਾ ਜੂਏ ਦਾ ਧੰਦਾ, 2-2 ਰੁਪਏ ਕਮਿਸ਼ਨ ਵਾਲੀਆਂ ਗੱਲਾਂ, ਲਾਅ ਐਂਡ ਆਰਡਰ ਦੀ ਪ੍ਰੋਬਲਮ, ਜਿਹੜਾ ਸਰਕਾਰੀ ਦਫ਼ਤਰਾਂ ਦਾ ਕਾਂਗਰਸੀਕਰਨ 5 ਸਾਲ 'ਚ ਕੀਤਾ, ਉਹਦਾ ਜਵਾਬ ਮੰਗਣਗੇ ਲੋਕ। ਔਰ ਇੱਕ ਸਟੇਬਲ ਸਰਕਾਰ ਪੰਜਾਬ 'ਚ ਬਣਾਉਣਗੇ। ਔਰ ਹਲਕਾ ਫਿਲੌਰ ਦੇ ਵਿੱਚੋਂ ਵੀ ਜਿਹੜਾ ਲੋਕ ਇਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਵੋਟਾਂ ਇਹਨਾਂ ਦੇ ਅਗੇਂਸਟ ਪਾ ਕੇ ਹਰਾਉਣ ਦਾ ਕੰਮ ਕਰਨਗੇ। ਚਾਹੇ ਬਿਕਰਮਜੀਤ ਚੌਧਰੀ ਦੀ ਗੱਲ ਕਰ ਲਓ, ਸਰਵਣ ਫਲੋਰ ਦੀ ਗੱਲ ਕਰ ਲਓ, ਚਾਹੇ ਜਿਹੜੇ ਬਸਪਾ ਤੋਂ ਬਾਗੀ ਹੋ ਕੇ ਜਿਹੜੇ ਅਮਰਰਾ ਭੋਸਲੇ ਸੀ ਹੋਰ ਉਹਨਾਂ ਦੀ ਲੀਡਰਸ਼ਿਪ ਭੱਜੇ ਸੀ, ਉਹ ਸਾਰੇ ਹੀ ਬਲਦੇਵ ਖਹਿਰਾ ਨੂੰ ਦੱਬਣ ਨੂੰ ਫਿਰਦੇ ਆ। ਕਿੰਨਾ ਰਿਸਪੌਂਸ ਆ? ਬਲਦੇਵ ਖਹਿਰਾ ਦੱਬ ਹੋ ਜਾਊਗਾ ਜਾਂ ਸਾਰਿਆਂ ਨੂੰ ਦੱਬ ਕੇ ਫਿਰ ਕੁਰਸੀ ਤੇ ਬੈਠ ਜਾਏਗਾ? ਦੇਖੋ ਜੀ, ਮੈਨੂੰ 4 ਮਹੀਨੇ ਪਹਿਲਾਂ ਮੌਕਾ ਮਿਲਿਆ ਸੀ। ਅਸੀਂ ਸੰਗਤ ਦੇ ਸਹਿਯੋਗ ਦੇ ਨਾਲ, ਹਲਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ, ਪਾਰਟੀ ਦੇ ਆਸ਼ੀਰਵਾਦ ਸਦਕਾ 80 ਤੋਂ 100 ਕਰੋੜ ਦੇ ਕਰੀਬ ਰੁਪਈਆ ਹਲਕੇ ਦੀ ਡਿਵੈਲਪਮੈਂਟ ਵਾਸਤੇ ਲਿਆਂਦਾ। ਔਰ ਅਕਾਲੀ ਦਲ ਨੇ ਹਲਕਾ ਫਲੋਰ ਦੇ ਵਿੱਚ ਤੇਂਗ ਵਿੱਚ ਡਿਗਰੀ ਕਾਲਜ ਬਣਾਇਆ, ਗੁਰਾਇਆ ਸਬ ਤਹਿਸੀਲ ਬਣਾਈ, ਗੁਰਾਇਆ 'ਚ ਹਸਪੀਟਲ ਬਣਾਇਆ, ਡਰਾਈਵਿੰਗ ਟੈਸਟਿੰਗ ਸੈਂਟਰ ਬਣਾਇਆ, ਬੜਾ ਕੁਛ ਇੱਥੇ ਕੀਤਾ। ਔਰ ਜਦੋਂ ਪਿਛਲੀ ਵਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਦੋਂ ਸਾਨੂੰ ਸਾਰੇ ਕਹਿੰਦੇ ਸੀ ਚੌਥੇ ਨੰਬਰ ਤੇ ਆਉਣਾ, ਉਦੋਂ ਸੰਗਤਾਂ ਨੇ ਜਿਤਾਤਾ। ਤੇ ਹੁਣ ਵੀ ਅਸੀਂ 5 ਸਾਲ, ਚਾਹੇ ਕਰੋਨਾ ਕਾਲ ਸੀ, ਚਾਹੇ ਪੰਜਾਬ ਗਵਰਨਮੈਂਟ ਨੇ ਸਾਨੂੰ 1 ਰੁਪਇਆ ਦਿੱਤਾ ਜਾਂ ਨਹੀਂ ਦਿੱਤਾ, ਅਸੀਂ ਫਿਰ ਵੀ ਨਰੇਸ਼ ਗੁਜਰਾਲ ਜੀ ਦੇ ਕੋਟੇ ਦੇ ਵਿੱਚੋਂ ਕਰੋਨਾ ਕਾਲ ਦੇ ਦੌਰਾਨ ਆਪਣੇ ਕੋਲੋਂ NRA ਭਰਾਵਾਂ ਦੇ ਸਹਿਯੋਗ ਨਾਲ, ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਘਰ ਨਹੀਂ ਬੈਠੇ। ਔਰ ਅਸੀਂ ਉਹਦੇ ਵਿੱਚ ਜੇ ਕੁਝ ਕੀਤਾ, ਉਹ ਕਿਸੇ ਤੇ ਕੋਈ ਆਸਾਨ ਨਹੀਂ ਕੀਤਾ, ਅਸੀਂ ਫਰਜ਼ ਨਿਭਾਇਆ। ਇਹ ਪਿੰਡਾਂ ਜਾ ਕੇ ਕਹਿੰਦੇ 200 ਕਰੋੜ ਰੁਪਏ ਦਿੱਤਾ, ਇੱਕ ਸੜਕ, ਇੱਕ ਵੀ ਕੋਈ ਸਕੂਲ ਦੀ ਬਿਲਡਿੰਗ ਨਹੀਂ ਬਣਾਈ, ਇੱਕ ਕੋਈ ਹਸਪੀਟਲ ਨਹੀਂ ਬਣਾਇਆ, ਇੱਕ ਕੋਈ ਕਾਲਜ ਨਹੀਂ ਬਣਾਇਆ, ਇੱਕ ਵੀ ਕੋਈ ਇਦਾਂ ਦਾ ਪ੍ਰੋਜੈਕਟ ਨਹੀਂ ਬਣਾਇਆ। ਝੂਠ ਬੋਲਦੇ ਆ। 5 ਸਾਲ ਸਰਕਾਰ ਲੰਘ ਗਈ, ਐਂਡ ਵਾਲੇ 2 ਮਹੀਨੇ ਪੱਥਰ ਲਾਉਣ ਲੱਗ ਪਏ। ਕੀ ਇਹਨਾਂ ਨੂੰ ਐਂਡ ਵਾਲੇ 2 ਮਹੀਨੇ ਪਹਿਲਾਂ ਦਿਸੀ ਡਿਵੈਲਪਮੈਂਟ? 5 ਸਾਲ ਤੋਂ ਕਿੱਥੇ ਗਏ ਸੀ? 7 ਸਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਹੁਣਾਂ ਨੂੰ ਬਣਿਆ ਨੂੰ ਹੋ ਗਿਆ। ਗੰਨਾ ਪਿੰਡ ਗੋਦ ਲਿਆ, ਉਹਦਾ ਬੁਰਾ ਹਾਲ। 2 ਹੀ ਸ਼ਹਿਰ ਸਾਡੇ ਵੰਡ ਹੋ ਗਏ। ਇਹਨਾਂ ਨੇ ਪਾਰਲੀਮੈਂਟ ਵਿੱਚ ਆਵਾਜ਼ ਤੱਕ ਨਹੀਂ ਚੁੱਕੀ ਬਈ ਦੋਨੇ ਸ਼ਹਿਰ ਵੀ ਜਿੱਦਾਂ ਫਗਵਾੜੇ ਪਿਲਰਾਂ ਦੇ ਉੱਤੇ ਬਣੇ ਆ ਪੁਲ, ਇੱਦਾਂ ਇੱਥੇ ਬਣ। ਇਹਨਾਂ ਨੇ ਆਵਾਜ਼ ਨਹੀਂ ਚੁੱਕੀ। ਔਰ ਹਰ ਰੋਜ਼ ਜਿਹੜੀਆਂ ਗੱਲਾਂ ਸੁਣਨ ਨੂੰ ਕੀ ਮਿਲਦੀਆਂ ਵੀ ਜਿਹੜੇ ਕਾਂਗਰਸੀ ਲੀਡਰ ਆ 2-2 ਰੁਪਏ ਇੰਟਰਲੋਕਿੰਗਾਂ 'ਚੋਂ ਕਮਿਸ਼ਨ ਲੈਂਦੇ ਨੇ, ਔਰ ਉਹ ਤੋਂ ਬਾਅਦ ਜਿਹੜਾ ਜੂਏ ਦਾ ਧੰਦਾ ਉਹ ਇਹਨਾਂ ਦੀ ਸਰਪ੍ਰਸਤੀ ਹੇਠ ਹੁੰਦਾ, ਔਰ ਜਿਹੜੀਆਂ ਲੋਟਰੀਆਂ ਦਾ ਧੰਦਾ, ਔਰ ਲਾਅ ਐਂਡ ਆਰਡਰ, ਔਰ ਕੋਈ ਵੀ ਕੰਮ ਬਿਨਾਂ ਪੈਸੇ ਦਿੱਤੇ ਨਹੀਂ ਹੁੰਦਾ। ਰੁੜਕਾ ਕਲਾਂ ਬਲਾਕ ਦੇ ਵਿੱਚੋਂ RO ਸਿਸਟਮ ਦੇ ਲਈ ਜਿਹੜਾ ਉਹ ਲੋਕ ਕਹਿੰਦੇ ਨੇ ਬਈ ਉਹ ਖਰੀਦੇ ਕਿਸੇ ਰੇਟ ਤੇ ਨੇ ਤੇ ਜਿਹੜੇ ਲੱਗੇ ਕਿਸੇ ਰੇਟ ਦੇ ਉੱਤੇ ਨੇ, ਉਹਦੀ ਇਨਕੁਆਰੀ ਜਿਹੜੀ ਹੈ ਉਹ ਮਾਰਕ ਹੋਈ ਹੈ। ਮਤਲਬ ਇਹਨਾਂ ਦੇ ਆਪਣੇ ਸਰਪੰਚ ਉਹ ਦੋਸ਼ ਲਾਉਂਦੇ ਆ ਬਈ ਇਹ ਜਿਹੜਾ ਕਰਪਸ਼ਨ ਕਰਦੇ ਨੇ। ਇਹਦੇ ਲਈ ਮੈਂ ਇਹ ਗੱਲ ਕਹਿਣਾ, ਕੁਰਸੀਆਂ ਕਿਸੇ ਦੇ ਪਿਓ ਦੀਆਂ ਸਕੀਆਂ ਨਹੀਂ, ਸਿਆਸਤ ਤੋਂ ਵੱਡੀ ਸੇਵਾ ਕੋਈ ਨਹੀਂ, ਪਰ ਇਹਨੂੰ ਇਮਾਨਦਾਰੀ, ਦਿਆਨਤਦਾਰੀ ਦੇ ਨਾਲ ਕਰਨਾ ਚਾਹੀਦਾ। ਰੇਤਾ ਵੇਚਣਾ, ਇੰਟਰਲੋਕਿੰਗ 'ਚੋਂ ਪੈਸੇ ਖਾਣੇ, ਜਦੋਂ ਕੋਈ ਰਜਿਸਟਰੀਆਂ ਹੁੰਦੀਆਂ ਉਹ 'ਚੋਂ ਕਮਿਸ਼ਨ ਖਾਣਾ, ਥਾਣਿਆਂ ਦਾ ਕਾਂਗਰਸੀਕਰਨ ਕਰਨਾ, ਸਰਕਾਰੀ ਦਫ਼ਤਰਾਂ ਦਾ ਕਾਂਗਰਸੀਕਰਨ ਕਰਨਾ, ਇਹ ਬਹੁਤ ਮੰਦਭਾਗਾ ਹੈ। ਭਾਰਤ ਦਾ ਸੰਵਿਧਾਨ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਸੋ ਜਿਹੜੀ ਵੀ ਕੋਈ ਸੇਵਾ ਮਿਲੀ ਹੈ ਉਹਨੂੰ ਇਮਾਨਦਾਰੀ, ਦਿਆਨਤਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਪਰ ਜੇ ਇਹਨਾਂ ਨੇ ਇਹ 5 ਸਾਲਾਂ ਦੇ ਵਿੱਚ ਹਲਕੇ ਨੂੰ ਲੈ ਕੇ ਗਏ ਨੇ ਪਿੱਛੇ, ਡਿਵੈਲਪਮੈਂਟ ਪੱਖੋਂ ਪਿੱਛੇ ਲੈ ਗਏ ਨੇ, ਤਾਂ ਉਹਦਾ ਕੀਤਾ ਇਹਨਾਂ ਦੇ ਸਾਹਮਣੇ ਆ ਰਿਹਾ। ਇਹ ਕਮਿਸ਼ਨ ਅਫਸਰਾਂ ਨੇ ਖਾਧਾ ਜਾਂ ਬਿਕਰਮ ਚੌਧਰੀ ਨੇ ਖਾਧਾ? ਵੀਡੀਓ ਵਾਇਰਲ ਹੋਈਆਂ, ਉਹ ਇਹਨਾਂ ਦਾ ਕਾਂਗਰਸੀ ਪਰਿਵਾਰ ਜਿਹੜੇ ਨੇ ਇਹਨਾਂ ਦਾ ਨਾਂ ਸਿੱਧਾ ਲੈਂਦੇ ਨੇ। ਉਹ ਵਿੱਚੇ ਬਿਕਰਮਜੀਤ ਸਿੰਘ ਚੌਧਰੀ ਦਾ ਲੈਂਦੇ ਨੇ ਨਾਮ, ਵਿੱਚ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਲੈਂਦੇ ਨੇ। ਵੀਡੀਓ ਸਾਰਿਆਂ ਆਪਾਂ ਦੇਖੀਆਂ। ਇਹਨਾਂ ਦੇ ਆਪਣੇ ਸਰਪੰਚ ਕਹਿੰਦੇ ਨੇ ਬਈ ਸਾਨੂੰ ਸਰਪੰਚ ਘੱਟ ਤੇ ਚੌਂਕੀਦਾਰ ਵੱਧ ਬਣਾ ਕੇ ਰੱਖਿਆ ਹੋਇਆ ਹੈ। ਔਰ ਉਹ ਕਹਿੰਦੇ ਅਸੀਂ ਆਪਣੀ ਮਰਜ਼ੀ ਨਾਲ ਗਰਾਂਟਾਂ ਨਹੀਂ ਲਾ ਸਕਦੇ। 5 ਸਾਲ ਲੋਕਾਂ ਦੇ ਨੀਲੇ ਕਾਰਡ, ਕਹਿੰਦੇ ਜੀ ਸਟicker ਚੌਧਰੀ ਸੰਤੋਖ ਸਿੰਘ ਦੀ ਕੋਠੀ 'ਚੋਂ ਮਿਲਣਾ। ਦੱਸੋ, ਸੈਂਟਰ ਦੀ ਸਕੀਮ ਹੈ, ਇਹਦੇ ਵਿੱਚ ਇਹਨਾਂ ਦੇ ਕੋਲੋਂ ਸਟicker ਮਿਲਣ ਦਾ ਕੀ ਕਾਰਨ? ਇਹ ਨਹੀਂ ਹੋਣਾ ਚਾਹੀਦਾ, ਇਹ ਬਹੁਤ ਗਲਤ ਹੈ। ਔਰ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਣਾ ਹੈ। 56 ਮਹੀਨੇ ਲੋਕਾਂ ਕੋਲੋਂ 4 ਰੁਪਏ 75 ਪੈਸੇ ਜਿਹੜੀ ਬਿਜਲੀ ਦਾ ਰੇਟ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਸੀਗਾ, ਇਹਨਾਂ ਨੇ 10 ਰੁਪਏ 56 ਮਹੀਨੇ ਬਿੱਲ ਇਕੱਠੇ ਕੀਤੇ। ਐਂਡ ਤੇ 2 ਮਹੀਨੇ ਮਾਫ ਕਰਕੇ ਜੀ ਕਹਿੰਦੇ ਬਿੱਲ ਤੇ ਵਾਹਵਾ ਖੱਟਣ ਲੱਗੇ ਹੋਏ ਆ। ਉਹ ਭਾਈ 56 ਮਹੀਨੇ ਮਹਿੰਗੇ ਵੀ ਤੁਸੀਂ ਲਏ ਆ। ਉਹੀ ਰਾਜ ਸੀ ਅਕਾਲੀ ਦਲ ਦਾ ਜਿਹੜਾ ਜਿਹ 'ਚ 4 ਰੁਪਏ 75 ਪੈਸੇ ਮਿਲਦੀ ਸੀ ਬਿਜਲੀ, ਮਿਲਦੀ ਵੀ 24 ਘੰਟੇ ਸੀ ਤੇ ਇਹਨਾਂ ਦੇ ਲੱਗਦੇ ਵੀ ਘੱਟ ਹੈ
ਤਾਂ ਬਿਜਲੀ ਵੀ ਜਿਹੜੀ ਹੈ। ਆਖਰੀ ਸਵਾਲ, ਸਰਬਨ ਫਲੋਰ ਤੇ ਦਮਨਵੀਰ ਦਾ ਰਾਜਨੀਤੀ ਕੀ ਭਵਿੱਖ ਦੇ ਦਿਓ? ਵੈਸੇ ਤਾਂ ਜੀ ਮੈਂ ਕਦੀ ਵੀ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਦਿੰਦਾ, ਕਿਉਂਕਿ ਉਹਨਾਂ ਨੂੰ ਬੜਾ ਮਾਣ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਤਾਂ ਸਰਦਾਰ ਸਰਬਨ ਸਿੰਘ ਫਲੋਰ ਉਹਨਾਂ ਦੀ ਕੁਰਸੀ, ਤੀਜੀ ਕੁਰਸੀ ਉਹਨਾਂ ਦੇ ਨਾਲ ਰਹਿੰਦੀ ਸੀ, ਔਰ ਹਲਕੇ ਦੇ ਲੋਕਾਂ ਨੇ 25 ਸਾਲ 5 ਵਾਰ ਉਹਨਾਂ ਨੂੰ ਇੱਥੋਂ ਐਮਐਲਏ ਬਣਾਇਆ। ਔਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਕਮੀਆਂ ਰਹੀਆਂ ਹੋਣਗੀਆਂ, ਕਿਤੇ ਨਾ ਕਿਤੇ ਤਾਂ ਕੋਈ ਉੱਦਾਂ ਦੇ ਕੰਮ ਹੋਏ ਹੋਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਆਪਣੇ ਤੋਂ ਪਰੇ ਕੀਤਾ। ਔਰ ਹੁਣ ਉਦੋਂ ਬਾਅਦ ਵਿੱਚ ਫਿਰ ਦੁਬਾਰਾ ਇਹ ਕਾਂਗਰਸ ਦੇ ਵਿੱਚ ਚਲੇ ਗਏ। ਕਾਂਗਰਸ ਦੇ ਵਿੱਚ ਗਿਆਨ ਨੂੰ ਵੀ ਇਹਨਾਂ ਨੂੰ 5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਔਰ 5 ਸਾਲ ਕਾਂਗਰਸ ਨੇ ਇਹਨੂੰ ਬਿਲਕੁਲ ਨਹੀਂ ਪੁੱਛਿਆ। ਆ ਐਂਡ ਵਾਲੇ 4 ਮਹੀਨੇ ਪਹਿਲਾਂ ਫਲੋਰ 'ਚ ਆਣ ਕੇ ਇਹ ਲੱਗੇ ਹੋਏ ਆ ਵੀਡੀਓ ਪਾਉਣ, ਕਦੀ ਕੋਈ ਗੱਲ, ਕਦੀ ਕਿਤੇ ਚਲੇ ਜਾਂਦੇ, ਕੋਈ ਵੀਡੀਓ ਪਾਉਂਦੇ, ਕਦੀ ਕਿਤੇ ਚਲੇ ਜਾਂਦੇ ਆ। 9.5 ਸਾਲ, 5 ਸਾਲ ਉਦੋਂ ਪਹਿਲਾਂ, 4.5 ਸਾਲ ਬਾਅਦ ਦੇ 9.5 ਸਾਲ ਇਹ ਫਲੋਰ 'ਚ ਨਹੀਂ ਬੜੇ, ਤੇ ਹੁਣ ਆਣ ਕੇ ਕਹਿੰਦੇ ਜੀ ਵੀ ਸਾਨੂੰ ਲੋਕਾਂ ਨੂੰ ਕਹਿੰਦੇ ਵੋਟਾਂ ਪਾਓ। ਪਹਿਲਾਂ ਇਹਨਾਂ ਨੇ ਅਕਾਲੀ ਦਲ ਦੇ ਵਿੱਚ ਜੋ ਕੀਤਾ ਉਹ ਪਤਾ ਸਾਰਿਆਂ ਨੂੰ, ਬਾਅਦ ਵਿੱਚ ਹੁਣ ਕਾਂਗਰਸ ਦੇ ਵਿੱਚ ਰਹਿ ਕੇ ਇਹਨਾਂ ਨੇ ਟਿਕਟ ਦੀ ਚਾਹਤ ਸੀ ਇਹਨਾਂ ਦੀ, ਚਲੋ ਉਹਨਾਂ ਦਾ ਹਾਈ ਕਮਾਂਡ ਦਾ ਇੰਟਰਨਲ ਮੈਟਰ ਹੈ। ਹੁਣ ਉਦੋਂ ਬਾਅਦ ਇੱਕ ਹੋਰ ਤੀਜੇ ਪਾਸੇ ਜਿਹੜਾ ਹੈਗਾ ਉਹ ਚਲੇ ਗਏ। ਹੁਣ ਜੋ ਤੀਜੇ ਪਾਸੇ ਚਲੇ ਗਏ ਨੇ ਉਹਦੇ ਵਿੱਚ ਵੀ ਜਿਹੜਾ ਇਹਨਾਂ ਨੇ ਉਹਨਾਂ ਦੇ ਨਾਲ ਸਮਝੌਤਾ ਕਰ ਲਿਆ, ਉਹਨਾਂ ਵੱਲੋਂ ਕੈਂਡੀਡੇਟ ਬਣ ਕੇ ਆ ਗਏ ਜਿਨ੍ਹਾਂ ਦੇ ਕਰਕੇ 800 ਤੋਂ ਵੱਧ ਜਿਹੜਾ ਬਲੀਦਾਨ ਦਿੱਤਾ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੇ, ਔਰ ਜਿਨ੍ਹਾਂ ਦੇ ਕਰਕੇ 1.25 ਸਾਲ ਤੋਂ ਲੰਬਾ ਸਮਾਂ ਵੀਰ ਭਰਾ ਭੈਣਾਂ ਬਜ਼ੁਰਗ ਮਾਤਾਵਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ, ਔਰ ਜਿਨ੍ਹਾਂ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਾਤਾ ਤੋੜਿਆ। ਸ਼੍ਰੋਮਣੀ ਅਕਾਲੀ ਦਲ ਨੇ ਕੁਰਸੀ ਨੂੰ, ਮਿਨਿਸਟਰੀ ਦੇ ਨੂੰ ਠੁੱਡ ਮਾਰੀ, ਔਰ ਇਹ ਉਸ ਪਾਰਟੀ ਦੇ ਵਿੱਚ ਜਾਂ ਉਹਨਾਂ ਦੇ ਵਿੱਚ ਚਲੇ ਗਏ। ਔਰ ਅੱਜ ਇਹ ਫੋਨ ਕਰਦੇ ਆ ਅਕਾਲੀ ਦਲ ਦੇ ਵਰਕਰਾਂ ਨੂੰ, ਅਕਾਲੀ ਦਲ ਦੇ ਆਗੂਆਂ ਨੂੰ ਫੋਨ ਕਰਦੇ ਆ ਵੀ ਸਾਡੀ ਮਦਦ ਕਰੋ। ਤੇ ਜਦੋਂ ਉਹ ਵਰਕਰਾਂ ਨੂੰ ਜਿਤਾਉਂਦੇ ਹੁੰਦੇ ਸੀ, ਉਹ ਵਰਕਰਾਂ ਦੇ ਨਾਲ ਚੱਲਦੇ ਹੁੰਦੇ ਸੀ, ਤਾਂ ਇਹਨਾਂ ਨੂੰ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਨਹੀਂ ਸੀ ਫੇਰਨਾ ਚਾਹੀਦਾ। ਇਹਨਾਂ ਨੂੰ ਉੱਦਾਂ ਦਾ ਜਿਹੜਾ ਆਪਣਾ ਪਲੇਟਫਾਰਮ, ਉੱਦਾਂ ਦਾ ਆਪਣਾ ਕਿਰਦਾਰ ਰੱਖਣਾ ਚਾਹੀਦਾ ਸੀ ਕਿ ਲੋਕ ਜਿਹੜਾ ਹੈਗਾ ਜਦੋਂ ਵੀ ਦੁਬਾਰਾ ਮਿਲਦੇ ਤਾਂ ਦੁਬਾਰਾ ਇਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਦੇਖ ਕੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। ਸ਼ਾਰਟ ਦੇ ਵਿੱਚ ਕੀ ਮੈਸੇਜ ਦਵਾਂਗੇ ਹਲਕਾ ਫਲੋਰ ਦੇ ਵੋਟਰਾਂ ਨੂੰ, ਕੀ ਕਹਿਣਾ ਚਾਹੋਗੇ? ਦੇਖੋ ਜੀ, ਹਲਕਾ ਫਲੋਰ ਦੇ ਵੋਟਰਾਂ ਨੂੰ ਮੈਂ ਅਪੀਲ ਕਰਦਾ ਬਈ ਅਕਾਲੀ ਦਲ ਦੇ ਟਾਈਮ ਦੇ ਉੱਤੇ ਜੋ ਡਿਵੈਲਪਮੈਂਟ ਹੋਏ, ਮੋਟੇ ਮੈਂ 5-4 ਕੰਮ ਦੱਸਦਾ ਵੀ ਤੇਂਗ ਪਿੰਡ 'ਚ ਡਿਗਰੀ ਕਾਲਜ ਦਾ ਬਣਨਾ, ਗੁਰਾਇਆਂ ਦੇ ਵਿੱਚ ਸਬ ਤਹਿਸੀਲ ਤੇ ਹਸਪੀਟਲ ਦਾ ਬਣਨਾ, ਫਲੋਰ ਦੇ ਵਿੱਚ 32 ਕਰੋੜ ਤੋਂ ਵੱਧ ਰੁਪਇਆ ਲਾ ਕੇ ਦਾਣਾ ਮੰਡੀ ਦਾ ਬਣਨਾ, ਡਿਗਰੀ ਕਾਲਜ ਦਸਾਂਝ ਖੁਰਦ ਦੇ ਵਿੱਚ ਬਣਨਾ, ਦੋਵੇਂ ਹੀ ਫਲੋਰ ਤੇ ਗੁਰਾਇਆਂ ਦੀਆਂ ਜਿਹੜੀਆਂ ਪੁਲਿਸ ਸਟੇਸ਼ਨ ਦੀਆਂ ਬਿਲਡਿੰਗਾਂ ਦਾ ਬਣਨਾ, ਗੁਰਾਇਆਂ ਦਾ 90% ਸੀਵਰੇਜ ਦਾ ਹੋਣਾ, ਫਲੋਰ ਸ਼ਹਿਰ ਦਾ ਜਿਹੜਾ ਡਿਵੈਲਪਮੈਂਟ ਹੋਣਾ, 80 ਤੋਂ 90 ਕਰੋੜ ਤੋਂ ਵੱਧ ਰੁਪਈਆ ਲਾ ਕੇ ਹਲਕਾ ਫਲੋਰ ਦੇ ਲਈ ਡਿਵੈਲਪਮੈਂਟ ਕਰਨੀ, ਔਰ ਪੰਜਾਬ ਦੇ ਵਿੱਚ 6-6 ਮਾਰਗੀ 4-4 ਮਾਰਗੀ ਰਸਤਿਆਂ ਦਾ ਬਣਨਾ, ਏਅਰਪੋਰਟਸ ਬਣਨਾ, ਫਲਾਈਓਵਰ ਬਣਨਾ, ਫੂਡ ਪਾਰਕ ਬਣਨੇ, ਇਹ ਸਾਰਾ ਕੁਝ, ਔਰ ਯਾਦਗਾਰਾਂ ਧਾਰਮਿਕ ਪੱਖੋਂ, ਸੇਵਾ ਪੱਖੋਂ ਯਾਦਗਾਰਾਂ ਦਾ ਬਣਨਾ, ਇਹ ਸਾਰਾ ਕੁਝ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੇ ਵਿਸ਼ਵਾਸ ਕਰਕੇ ਸਰਕਾਰ ਬਣਾਈ ਸੀ, ਇਸ ਕਰਕੇ ਹੋਇਆ। ਔਰ ਮੈਂ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਬਈ ਹਲਕਾ ਫਲੋਰ ਜਿਹੜਾ ਹੈ ਇਹਦੇ ਵਿੱਚ ਬੜੀ ਅੱਜ ਜ਼ਰੂਰਤ ਹੈ ਆਪਾਂ ਨੂੰ, ਬੱਸ ਸਟੈਂਡਾਂ ਦੀ ਜ਼ਰੂਰਤ ਹੈ, ਦੋਵੇਂ ਸ਼ਹਿਰਾਂ ਦੀ ਕ੍ਰੋਸਿੰਗ ਇੱਧਰੋਂ ਉੱਧਰ ਦੀ ਜ਼ਰੂਰਤ ਹੈ ਆਪਾਂ ਨੂੰ। ਉਹ ਤੋਂ ਬਾਅਦ ਲਾਅ ਐਂਡ ਆਰਡਰ ਜਿਹੜਾ ਉਹ ਤੋਂ ਬਾਅਦ ਜਿਹੜਾ ਸਰਕਾਰੀ ਦਫ਼ਤਰਾਂ ਦਾ ਨਹੀਂ ਕਾਂਗਰਸੀਕਰਨ ਕਰ ਦਿੱਤਾ, ਉਹ ਤੋਂ ਨਿਜਾਤ ਪਾਉਣ ਦੇ ਲਈ ਆਪਾਂ ਨੂੰ ਜਿਹੜਾ ਹੈਗਾ ਤਕੜੇ ਹੋ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ। ਬਾਕੀ ਮੈਂ ਆਪਣੇ ਵੱਲੋਂ ਸਾਰੇ ਹਲਕਾ ਵਾਸੀਆਂ ਨੂੰ, ਕਿਉਂਕਿ ਮੈਂ ਤਾਂ ਇਸ ਹਲਕੇ 'ਚ ਰਹਿੰਦਾ, ਮੈਂ ਜਲੰਧਰੋਂ ਨਹੀਂ ਆਉਂਦਾ, ਅਸੀਂ ਸੌਂਦਾ ਵੀ ਇੱਥੇ ਆ, ਉੱਠੀ ਦਾ ਵੀ ਇੱਥੋਂ ਆ, ਦੁੱਖ ਸੁੱਖ ਵੀ ਸਾਡੇ ਇੱਥੇ ਦੇ ਪਰਿਵਾਰਾਂ ਦੇ ਨਾਲ ਹੈ, ਔਰ ਸਾਰੀਆਂ ਰਿਸ਼ਤੇਦਾਰੀਆਂ ਵੀ, ਯਾਰ ਦੋਸਤ ਵੀ, ਸੱਜਣ ਮਿੱਤਰ ਵੀ ਇੱਥੇ ਆ, ਔਰ ਅਸੀਂ ਪੈਦਾ ਵੀ ਇੱਥੇ ਹੋਏ ਤੇ ਮਰਨਾ ਵੀ ਇੱਥੇ ਆ। ਸੋ ਮੈਂ ਤਾਂ ਹਲਕਾ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਜਿੱਦਾਂ ਤੁਸੀਂ ਪਿਛਲੀ ਵਾਰੀ ਮੇਰਾ ਕਿਸੇ ਨੇ ਭਰਾਵਾਂ ਵਾਂਗੂ, ਕਿਸੇ ਨੇ ਮੈਨੂੰ ਪੁੱਤਰਾਂ ਵਾਂਗੂ ਦਿੱਤਾ, ਉਸੇ ਤਰ੍ਹਾਂ ਹੁਣ ਵੀ ਤੁਸੀਂ ਮੇਰਾ ਸਾਥ ਦਿਓ। ਔਰ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਵੀ ਜਿਹੜੇ ਆਪਾਂ 5 ਸਾਲ ਗਵਾ ਲਏ ਜਾਂ ਜਿਨ੍ਹਾਂ ਮੁਸ਼ਕਲਾਂ 'ਚੋਂ ਆਪਾਂ ਗੁਜ਼ਰੇ ਹਾਂ, ਉਹਨਾਂ ਮੁਸ਼ਕਲਾਂ ਦੇ ਵਿੱਚੋਂ ਆਪਾਂ ਨੂੰ ਗੁਜ਼ਰਨਾ ਨਹੀਂ ਪਊਗਾ। ਸੋ ਇਹ ਸਨ ਹਲਕਾ ਫਲੋਰ ਤੋਂ ਵਿਧਾਇਕ ਬਲਦੇਵ ਖਹਿਰਾ, ਜਿਨ੍ਹਾਂ ਨੇ ਬਹੁਤ ਆਪਣੇ ਵੱਲੋਂ ਕੀਤੇ ਕਾਰਜ ਕੰਮ ਗਿਣਾਏ ਆ ਤੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਵੋਟ ਪਾ ਕੇ ਕਾਮਯਾਬ ਕਰਨ। ਹੁਣ ਦੇਖਾਂਗੇ ਹਲਕਾ ਫਲੋਰ ਦੇ ਵੋਟਰ ਕਿਹੜੇ ਉਮੀਦਵਾਰ ਦੇ ਹੱਕ 'ਚ ਵੋਟ ਪਾਉਂਦੇ ਆ।
ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਨ ਟੀਵੀ, ਫਲੋਰ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਹੈ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9915043150